बिस्मिल्लाहिर्रहमानिर्रहीम अस्सलामुअलैकुम दोस्तों, क्या हाल चाल हैं। मैं उम्मीद करता हूं कि मेरे तमाम दोस्त खैरियत से होंगे। मैं तारक चौधरी और आप देख रहे हैं मुझे अजीज़ कैटल फार्म एंड पलाई सेंटर से, तारक अजीज़ चैनल से। आज का जो मेरा टॉपिक है ना, ਉਹਦੇ ਤੇ सिर्फ दो ही गल्लां करांगे। सब तो ज़्यादा सवाल यही पूछा गया कि तारक भाई सस्ती बकरी सानू दसो किहड़ी मंडी चों मिलेगी। ठीक है। और लेकिन एक दूसरा टॉपिक आ कि बकरी तुसी जिहड़ी खरीदना चाहुंदे हो वो किस मकसद वास्ते खरीदना चाहते हो, दुध वास्ते या गोश्त वास्ते। ये सिर्फ दो टॉपिक है मेरे अज दे, इन्हां दे उत्ते मैं इंशाअल्लाह गल करांगा ते तुहानूं मैं समझाउण दी पूरी कोशिश करांगा। सब तो पहले तो सस्ती बकरी दी तुहाडे कमेंट्स ज़्यादा आ रहे हुंदे ने, ਉਹਦੇ ਉੱਪਰ ਹੀ ਆਪਾਂ ਗੱਲ ਕਰ ਲੈਂਦੇ ਆ। ਅੱਜ ਤੋਂ ਨਾ 4-5 ਸਾਲ ਪਿੱਛੇ ਜਦੋਂ ਵੀ ਤੁਸੀਂ ਬੈਕਵਰਡ ਏਰੀਆ 'ਚ ਜਾਂਦੇ ਸੀ ਜਾਂ ਕਿਸੇ ਬੈਕਵਰਡ ਮੰਡੀ 'ਚ ਜਾਂਦੇ ਸੀ, ਜਿਸ ਤਰੀਕੇ ਨਾਲ ਮੇਰਾ ਸ਼ਹਿਰ ਆ, ਇੱਥੇ ਮੰਡੀ ਬੜੀ ਜ਼ਬਰਦਸਤ ਮੰਡੀ ਲੱਗਦੀ ਹੁੰਦੀ ਸੀ। ਹੁਣ ਤਾਂ ਮੰਡੀ ਦਾ ਉਸ ਤਰੀਕੇ ਨਾਲ ਮੰਡੀ ਰਹੀ ਹੀ ਨਹੀਂ। ਤੇ ਉਸ ਟਾਈਮ ਜਿਹੜਾ ਨਾ ਸਸਤੀ ਬੱਕਰੀ ਜਿਹੜੀ ਆ ਉਹ ਇਸ ਤਰ੍ਹਾਂ ਦੇ ਬੈਕਵਰਡ ਏਰੀਆ ਦੇ ਵਿੱਚੋਂ ਮਿਲ ਜਾਂਦੀ ਸੀ। ਤੁਸੀਂ ਇਧਰ ਬਾਰਡਰ ਏਰੀਆ 'ਤੇ ਚਲੇ ਗਏ, ਫੋਟਾਬਾਸ ਮੰਡੀ ਸ਼ਬਾਜ਼ ਵਾਲਾ ਜਾਂ ਡਾਰਾਂ ਵਾਲਾ ਮੰਡੀ ਜਿਹੜੀ 75 ਮੋੜ, ਜਿੱਥੇ ਮੈਂ ਇੱਕ ਵਲਾਗ ਵੀ ਪਿਛਲੇ ਹਫਤੇ ਬਣਾਇਆ ਸੀਗਾ। ਇਸ ਤਰ੍ਹਾਂ ਦੇ ਜਿਹੜੇ ਬੈਕਵਰਡ ਏਰੀਆ ਸੀ ਉੱਥੋਂ ਬੱਕਰੀ ਬੜੀ ਸਸਤੀ ਮਿਲਦੀ ਸੀ। ਲੋਕਾਂ ਨੂੰ ਇੰਨਾ ਪਤਾ ਨਹੀਂ ਹੁੰਦਾ ਸੀ ਸਾਡੇ ਕੋਲ ਬੱਕਰੀ ਦਾ ਫਰੈਸ਼ ਰੇਟ ਕੀ ਆ ਜਾਂ ਕੀ ਹਿਸਾਬ ਆ ਕੀ ਨਹੀਂ। ਹੁਣ ਲੋਕਾਂ ਨੂੰ ਅਵੇਅਰਨੈਸ ਬਹੁਤ ਜ਼ਿਆਦਾ ਹੋ ਗਈ ਸੋਸ਼ਲ ਮੀਡੀਆ ਦੇ ਨਾਲ। ਲੋਕ ਹੁਣ ਫੇਸਬੁੱਕ 'ਤੇ ਹਰ ਬੰਦੇ ਦਾ ਅਕਾਊਂਟ ਆ, ਵਟਸਐਪ ਦੇ ਗਰੁੱਪ ਜੁਆਇਨ ਕੀਤੇ ਹੋਏ ਆ, ਯੂਟਿਊਬ 'ਤੇ ਉੱਤੇ ਲੋਕ ਦੇਖਦੇ ਆ, ਬੜੇ ਬੜੇ ਵਲਾਗਰ ਲੱਗੇ ਆ। ਉਹ ਸਕਰੋਲ ਕਰਦਾ ਪਿਆ ਬੰਦਾ ਆਪਣੇ ਬੈਡਰੂਮ 'ਚ ਪਿਆ, ਉਹਨੂੰ ਉਸ ਟਾਈਮ ਉਹ ਪਤਾ ਹੁੰਦਾ ਨਾ ਕਿ ਮੇਰੀ ਬੱਕਰੀ ਜਿਹੜੀ ਆ ਉਹ ਇੰਨੇ ਇੱਦਾਂ ਦੀ ਹੈਗੀ ਹੈ, ਤੇ ਇਹ ਤੇ ਮੰਗਣ ਦਿਆ ਇਹਦਾ ਜਨਾਬ 70,000 ਰੁਪਈਆ। ਹਾਲਾਂਕਿ ਉਸ ਦਿਨੀ ਤੌਰ ਤੇ ਅਗਰ 50,000 ਦੀ ਵੀ ਵੇਚਣ ਲਈ ਤਿਆਰ ਆ ਤੇ ਉਹਦਾ ਵੀ ਜ਼ੇਨ 70 ਦਾ ਬਣ ਜਾਂਦਾ, ਨਹੀਂ 70 ਦੀ ਵਿਕੇਗੀ। ਤੇ ਹੁਣ ਇੰਨਾ ਜ਼ਿਆਦਾ ਇੱਕ ਕਨਸੈਪਟ ਨਹੀਂ ਹੈਗਾ ਕਿ ਤੁਸੀਂ ਬੈਕਵਰਡ ਏਰੀਆ 'ਚ ਜਾ ਕੇ ਖਰੀਦ ਲਓਗੇ। ਮੈਂ ਦਿਹਾਤ 'ਚ ਰਹਿਣਾ ਨਾ, ਅਸੀਂ ਦਿਹਾਤ 'ਚੋਂ ਕਦੀ ਕੋਈ ਜਾਨਵਰ ਨਹੀਂ ਖਰੀਦਿਆ, ਨਾ ਬੱਕਰੀ ਨਾ ਬੱਚਾ। ਉਹਦੀ ਵਜ੍ਹਾ ਹੈ ਨਾ, ਜਦੋਂ ਅਸੀਂ ਲੈਣ ਸਾਨੂੰ ਪੈਗਾਮ ਆਇਆ ਕਿ ਯਾਰ ਅਸੀਂ ਬੱਕਰੀ ਵੇਚਣੀ ਜਾਂ ਬੱਚਾ ਵੇਚਣਾ, ਆ ਕੇ ਦੇਖ ਲਓ। ਅਸੀਂ ਜਦੋਂ ਲੈਣ ਵਾਸਤੇ ਚਲੇ ਗਏ, ਉਹਨੇ ਇੱਕ ਬੱਕਰੀ ਦੀ ਕੀਮਤ 4 ਦੇ ਬਰਾਬਰ ਮੰਗ ਲੈਣੀ ਆ। ਹੋਰ ਉਹਦੇ ਬਰਾਬਰ ਤੇ ਕੋਈ ਵੇਚਣ ਵਾਲਾ ਬੰਦਾ ਹੀ ਨਹੀਂ ਖੜਾ, ਉਹ ਇਕੱਲਾ। ਉਹਨੇ ਸਮਝਣਾ ਵੀ ਹੁਣ ਮੇਰੇ ਕਾਬੂ ਆ ਗਿਆ ਤੇ ਹੁਣ ਜੋ ਮਰਜ਼ੀ ਤੁਸੀਂ ਕਰਨਾ ਕਰ ਲਓ। ਮੈਂ ਕਦੀ ਵੀ ਕਿਸੇ ਬੰਦੇ ਨੂੰ ਇਹ ਪ੍ਰੈਫਰ ਨਹੀਂ ਕੀਤਾ ਕਿ ਤੁਸੀਂ ਇੱਕ ਡੇਰੇ ਨੂੰ ਟਾਰਗੇਟ ਕਰਕੇ ਜਾਓ। ਕਦੀ ਨਾ ਜਾਓ, ਮੰਡੀ 'ਚੋਂ ਲਓ ਮਾਲ। ਮੰਡੀ ਦੇ ਵਿੱਚ ਕਮ ਸੇ ਕਮ ਕੰਪੀਟੀਸ਼ਨ ਹੁੰਦਾ, 101 ਬੰਦਾ ਜਾਨਵਰ ਵੇਚਣ ਲਈ ਖੜੋਤਾ। ਇੱਕ ਬੰਦਾ ਅਗਰ ਤੁਹਾਡੇ ਕੋਲੇ ਮੰਗ ਲੈਂਦਾ ਕਿ ਇਹ 50,000 ਦੀ, ਜਾਂ ਦੂਜਾ ਕਹਿੰਦਾ ਜੀ ਮੈਨੂੰ ਦਿਓ ਤੁਸੀਂ 45,000, ਇੱਧਰੋਂ ਆਵਾਜ਼ ਹੋਰ ਆ ਰਹੀ, ਇੱਧਰੋਂ ਆਵਾਜ਼ ਹੋਰ ਆ ਰਹੀ ਨਾ, ਮੁਕਾਬਲਾ ਹੁੰਦਾ। ਇੱਕ ਮੁਕਾਬਲੇ 'ਚ ਉੱਥੋਂ ਅੱਛਾ ਜਾਨਵਰ ਮਿਲ ਜਾਂਦਾ। ਇਹ ਮੇਰੀ ਸੁਜੈਸ਼ਨ ਆ, ਹੋ ਸਕਦਾ ਤੁਹਾਨੂੰ ਪਸੰਦ ਨਾ ਆਵੇ ਜਾਂ ਆ ਜਾਵੇ। ਅੱਛਾ, ਇਹ ਨਾ ਕੋਸ਼ਿਸ਼ ਇਹ ਕਰੋ ਕਿ ਤੁਹਾਡੀ ਜਿਹੜੀ ਮੁਕਾਮੀ ਮੰਡੀ ਆ, ਹੁਣ ਤੁਹਾਨੂੰ ਮੈਂ ਦੱਸਾਂ ਕਿ ਹਜੇ ਇਹਦੇ ਵਿੱਚੋਂ ਕਿਸ ਤਰੀਕੇ ਨਾਲ ਤੁਹਾਨੂੰ ਥੋੜ੍ਹਾ ਬਹੁਤਾ ਮੁਨਾਫਾ ਆ ਸਕਦਾ, ਬੱਚਤ ਹੋ ਸਕਦੀ ਆ ਖਰੀਦਦਾਰੀ ਦੇ ਵਿੱਚ। ਜਿਹੜੇ ਦੋਸਤ ਲਾਹੌਰ ਰਹਿੰਦੇ ਆ, ਲਾਹੌਰ ਦੇ ਲਾਗੇ ਤੱਕ ਜਿਹੜੀਆਂ 1-2 ਮੰਡੀਆਂ ਲੱਗਦੀਆਂ, ਤੁਸੀਂ ਉਹਨਾਂ ਨੂੰ ਪਹਿਲੇ ਵਿਜ਼ਿਟ ਕਰੋ, ਉਹਨਾਂ ਦੇ ਰੇਟ ਚੈੱਕ ਕਰੋ, ਉਹਨਾਂ ਦੇ ਕੀ ਰੇਟ ਆ ਰਹੇ ਆ। ਉਸ ਮੰਡੀ ਦੇ ਨਜ਼ਦੀਕ ਤੁਸੀਂ ਜਾਂਦੇ ਹੋ, ਤੁਹਾਨੂੰ ਕਾਰਗੋ ਘੱਟ ਪੈਗੀ, ਤੁਹਾਡੇ 2-3 ਬੰਦੇ ਜਿਹੜੇ ਜਾ ਰਹੇ ਆ ਉਹਨਾਂ ਦਾ ਟਾਈਮ ਵੀ ਬਚੇਗਾ ਔਰ ਖਰਚੇ ਕਿਰਾਏ ਘੱਟ ਆਣਗੇ। ਫਰਜ਼ ਕਰੋ ਲਾਹੌਰ ਦੇ ਵਿੱਚੋਂ ਹੁਣ ਇੱਕ ਬੰਦਾ 20 ਬੱਕਰੀਆਂ 15 ਬੱਕਰੀਆਂ ਲੈਣ ਵਾਸਤੇ ਸਾਡੇ ਇੱਥੇ ਸ਼ਹਿਰ 'ਚ ਆਂਦਾ, ਲਾਹੌਰ ਨਾਲੋਂ 1000 ਰੁਪਏ ਬੱਕਰੀ ਸਸਤੀ ਮਿਲ ਗਈ ਜਾਂ 2000 ਰੁਪਏ ਸਸਤੀ ਮਿਲ ਗਈ, ਕੋਈ ਐਡਾ ਮਸਲਾ ਨਹੀਂ ਹੈ। ਉਹਨੂੰ ਲੈ ਕੇ ਜਾਣ ਦਾ ਕਿੰਨਾ ਖਰਚਾ ਆ ਜਾਏਗਾ। ਉਧਰੋਂ ਪਹਿਲੇ ਬੰਦੇ ਆਏ, ਉਹਨਾਂ ਦਾ ਖਰਚਾ, ਫਿਰ ਇੱਥੋਂ ਗੱਡੀ ਦੁਬਾਰਾ ਨਵੀਂ ਤੁਸੀਂ ਸ਼ਾਹਜ਼ੋਰ ਕਰਾਓ, 25-27 ਹਜ਼ਾਰ ਰੁਪਏ 'ਚ ਹੁੰਦਾ ਲਾਹੌਰ ਵਾਸਤੇ। ਉਹ ਪੈ ਕੇ ਤੁਹਾਨੂੰ ਉਹ ਗੱਲ ਉੱਥੇ ਵੀ ਨਹੀਂ ਬਲਕਿ ਵੱਧ ਹੀ ਜਾਂਦੀ। ਤੇ ਅਗਰ ਕੋਈ ਇੱਕਾ ਦੁੱਕਾ ਹੋਵੇ ਤਾਂ ਤੁਸੀਂ ਉਹਨੂੰ ਚਲੋ ਗੱਡੀ ਦੀ ਡਿੱਗੀ 'ਚ ਪਾ ਕੇ ਲੈ ਗਏ ਤੇ ਉਹ ਇੱਕ ਅਲੱਗ ਗੱਲ ਆ। ਬਾਕੀ ਅਗਰ ਤੁਸੀਂ ਲਾਹੌਰ 'ਚੋਂ ਤੁਹਾਨੂੰ ਲੱਗਦਾ ਕਿ ਨਹੀਂ ਵੀ ਲਾਹੌਰ ਵੱਡਾ ਸ਼ਹਿਰ ਆ ਤੇ ਇੱਥੇ ਬਹੁਤ ਜ਼ਿਆਦਾ ਮਹਿੰਗਾ ਕੰਮ ਆ, ਫਿਰ ਤੁਸੀਂ ਕੋਈ ਨਾਲ ਦਾ ਹੋਰ ਥੋੜ੍ਹਾ ਹਟਵਾਂ ਸ਼ਹਿਰ ਦੇਖ ਲਓ, ਜਿੱਦਾਂ ਸਾਹੀਵਾਲ ਹੋ ਗਿਆ ਜਾਂ ਪਿੱਛੇ ਅਗਾੜਾ ਮੇਰਾ ਖਿਆਲ ਆ ਜਾਂਦਾ ਵਾ, ਪੱਤੋ ਕੀ ਆ ਜਾਂਦੀ ਹੈ, ਜਿਹੜੇ ਲਾਹੌਰ ਨੂੰ ਨਜ਼ਦੀਕ ਪੈਂਦਾ। ਛੋਟਾ ਸ਼ਹਿਰ ਵੀ ਹੁੰਦਾ ਥੋੜ੍ਹਾ ਜਿਹਾ, ਉਹ ਥੋੜ੍ਹਾ ਨਜ਼ਦੀਕ ਪੈਂਦਾ। ਤੁਸੀਂ ਉੱਥੋਂ ਆ ਕੇ ਰੇਟ ਦੇਖ ਲਓ। ਜਾਂ ਹੁਣ ਅੱਜ ਕੱਲ੍ਹ ਟੈਲੀਫੋਨ ਦਾ ਜ਼ਮਾਨਾ, ਕਿਸੇ ਦਾ ਅਗਰ ਤੁਹਾਨੂੰ ਇੰਟਰਨੈਟ ਤੋਂ ਨੰਬਰ ਮਿਲਦਾ ਤਾਂ ਤੁਸੀਂ ਉੱਥੋਂ ਜ਼ਰਾ ਉਹਨਾਂ ਨੂੰ ਪੁੱਛ ਲਓ ਕਿ ਯਾਰ ਕੀ ਰੇਟ ਆ ਇੰਨੇ ਵਜ਼ਨ ਦਾ। ਗੋਸ਼ਤ ਦੇ ਵਜ਼ਨ ਦੇ ਪੈਸੇ ਮਿਲਦੇ। ਕਿਸੇ ਵੀ ਜਗ੍ਹਾ 'ਤੇ ਜਾਓ, ਤੁਸੀਂ ਕਾਟੂ ਲੈਣਾ ਤੇ ਕਾਟੂ ਵੀ ਗੋਸ਼ਤ ਦੇ ਰੇਟ 'ਤੇ ਜਾ ਰਿਹਾ। ਬਾਕੀ ਇੱਕ ਆ ਹੁਣ ਰਹਿ ਗਈ ਆ ਉਹ ਬੀਫ ਜਿਹੜੀ ਆ ਕਿ ਜੀ ਬੜਾ ਨਸਲੀ ਮਾਲ ਆ, ਇਹਦੇ ਵਰਗਾ ਹੈ ਹੀ ਨਹੀਂ। ਬੱਕਰੀ ਜਿਹੋ ਜਿਹੀ ਮਰਜ਼ੀ ਆ, ਵੱਛਾ ਜਿਹੋ ਜਿਹਾ ਮਰਜ਼ੀ ਆ, ਬਸ ਬੱਲੇ ਜੀ, ਬਸ ਜੀ, ਇਹਨਾਂ ਗੱਲਾਂ ਦੇ ਵਿੱਚ ਨਾ ਆਓ।
ਨਾਰਮਲ ਹੋ। ਹਾਂ, ਤੁਹਾਨੂੰ ਅਗਰ ਇੱਕ ਬੰਦਾ ਇਹ ਕਹਿੰਦਾ ਕਿ ਮੈਂ ਬੱਕਰੀ ਵੇਚਣੀ ਆ ਜੀ, ਤੁਸੀਂ ਉਹਨੂੰ ਜਾ ਕੇ ਕਹਿ ਦਿੰਦੇ ਕਿ ਯਾਰ ਮੈਨੂੰ ਨਾ ਬੱਕਰੀ ਥੋੜੀ ਕੱਦ ਵਾਲੀ ਚਾਹੀਦੀ ਆ ਤੇ ਦੁੱਧ ਚਾਹੀਦਾ ਮੈਨੂੰ ਘਰੇ। ਇੱਕ ਬੱਕਰੀ, ਫਰਜ਼ ਕਰੋ ਮੈਂ ਇੱਕ ਮਿਸਾਲ ਦੇ ਰਿਹਾ ਕਿ ਤੁਸੀਂ ਬੱਕਰੀ ਦੁੱਧ ਵਾਸਤੇ ਖਰੀਦਣੀ, ਤੁਸੀਂ ਉਹਨਾਂ ਨਾਲ ਜਦੋਂ ਗੱਲ ਕਰ ਰਹੇ ਹੋ ਉਹਨਾਂ ਦੀ, ਉਹਨੂੰ ਪਤਾ ਲੱਗ ਜਾਂਦਾ ਕਿ ਇਹਨਾਂ ਥੋੜੀ ਵੱਡੀ ਲੈਣੀ ਹੈ, ਤੂੰ ਗੋਸ਼ਤ ਦਾ ਰੇਟ ਹੈ ਨਾ, ਗੋਸ਼ਤ ਦਾ ਰੇਟ ਥੋੜਾ ਵੱਧ ਜਾਏਗਾ, ਬਸ ਆਹ ਫਰਕ ਪਏਗਾ ਨਾ। ਹੁਣ ਜੇ ਉਹ ਤੁਹਾਨੂੰ ਨਾ ਨਸਲ ਦੇ ਉੱਤੇ ਗੱਲ ਕਰ ਰਿਹਾ ਕਿ ਇਹ ਨਸਲ ਬਹੁਤ ਅੱਛੀ ਆ, ਇਦਾਂ ਵਾ ਉੱਦਾਂ ਵਾ, ਦੁੱਧ ਵੀ ਰੋਕਿਆ ਹੋਇਆ ਹੁੰਦਾ ਬਾਜ਼ਕਾਰ ਦੀ ਅਕਸਰ ਹੀ ਮੰਡੀਆਂ ਵਿੱਚ ਮੈਂ ਦੇਖਦਾ ਜੀ, ਦੁੱਧ ਵਾਲੀਆਂ ਬੱਕਰੀਆਂ ਹੁੰਦੀਆਂ 2-2 ਦਿਨ ਦਾ ਦੁੱਧ ਰੋਕਿਆ ਹੁੰਦਾ, ਹਵਾਨਾ ਤੱਕ ਖਰਾਬ ਹੋ ਜਾਂਦਾ। ਔਰ ਕਈ ਦਫਾ ਜਿਹੜੀਆਂ ਮੁਕਾਬਲੇ 'ਚ ਬੱਕਰੀਆਂ ਜਾਂਦੀਆਂ ਜਿਹੜੀਆਂ ਕਾਫੀ ਜ਼ਿਆਦਾ ਦੁੱਧ ਚੋਇਆ ਜਾਂਦਾ, ਅਸੀਂ ਵੀਡੀਓ ਵੀ ਦੇਖਦੇ ਆ, ਉੱਥੋਂ ਤੱਕ ਹੁੰਦਾ ਕਿ ਬਾਅਦ 'ਚ ਬੱਕਰੀ ਮਰ ਵੀ ਜਾਂਦੀ। ਇੰਨਾ ਮਤਲਬ ਇਹ ਨੁਕਸਾਨ ਆ। ਇਹ ਅੰਦਰ ਸਿਸਟਮ ਇੰਨਾ ਨਾਜ਼ੁਕ ਹੁੰਦਾ ਇਹਦੇ ਥਣਾ ਦੇ ਕਿ ਕਿੰਨਾ ਕੁ ਬਰਦਾਸ਼ਤ ਉਹਦਾ ਕਰੇਗਾ। ਪ੍ਰੈਸ਼ਰ ਖਤਮ ਹੋ ਜਾਏਗਾ, ਹਵਾਨਾ ਖਤਮ ਹੋ ਜਾਏਗਾ, ਕੋਈ ਉਹਦਾ ਮਤਲਬ ਬਿੱਜ ਪੈ ਜਾਏਗੀ, ਕੋਈ ਨਾ ਕੋਈ ਖਰਾਬੀ ਬਣ ਜਾਏਗੀ, ਉਹਦਾ ਕੋਈ ਏਡਾ ਖਾਸ ਫਾਇਦਾ ਨਹੀਂ ਹੈ ਇਹੋ ਜਿਹੀਆਂ ਚੀਜ਼ਾਂ ਦੇ ਮਗਰ ਜਾਣ ਦਾ। ਅੱਛਾ, ਗੱਲ ਮੈਂ ਇਹ ਕਰ ਰਿਹਾ ਸੀ ਕਿ ਤੁਹਾਨੂੰ ਉਹ ਕਹਿ ਦਿੰਦਾ ਕਿ ਨਸਲੀ ਮਾਲ ਆ, ਇਹ ਬੱਕਰੀ ਇੱਦਾਂ ਵਾ ਇੱਦਾਂ, ਤਾਰੀਫਾਂ ਤੇ ਕਰੇਗਾ ਬੰਦਾ, ਤੁਸੀਂ ਉਹ ਲੈ ਲੈਂਦੇ ਹੋ। ਲੈਣ ਤੋਂ ਪਹਿਲੇ 2.5 ਲੱਖ ਰੁਪਏ ਤੁਹਾਨੂੰ ਉਹ ਕਹਿੰਦਾ, ਤੇ ਲੇਕਿਨ ਉਹਦਾ ਜ਼ਿਹਨ ਆ ਕਿ ਮੈਂ 2 ਲੱਖ 'ਚ ਚਲੋ ਇਹਨਾਂ ਨੂੰ ਬੱਕਰੀ ਦੇ ਦਾਂਗਾ। ਹੁਣ ਤੁਸੀਂ ਇਹ ਸੋਚਣਾ ਕਿ ਤੁਸੀਂ ਉਹ ਜਿਹੜੀ ਬੱਕਰੀ 2 ਲੱਖ ਦੀ ਖਰੀਦ ਰਹੇ ਹੋ, ਉਸ ਟਾਈਮ ਤੁਸੀਂ ਉਹਨੂੰ ਵੇਚ ਸਕਦੇ ਜਾਂ ਉਸੇ ਟਾਈਮ ਹੀ ਉਹਦੇ ਫਾਰਮ 'ਚੋਂ ਤੁਸੀਂ ਬਾਹਰ ਕੱਢ ਕੇ ਸੜਕ ਦੇ ਉੱਤੇ ਜਾ ਕੇ ਖੜੇ ਹੋ ਜਾਓ, ਤੁਸੀਂ 2 ਲੱਖ ਦੀ ਵੇਚ ਲਓਗੇ ਉਸੇ ਟਾਈਮ ਹੀ। ਹੁਣ ਤੁਸੀਂ ਇੱਥੋਂ ਬੱਕਰੀ ਪਕੜੀ 2 ਲੱਖ ਦੀ, ਉੱਥੇ ਬਾਹਰ ਮੇਨ ਰੋਡ ਤੇ ਖਲੋ ਜਾਓ, ਉੱਥੇ ਵਪਾਰੀ ਸਾਰੀ ਦੁਨੀਆ ਆਉਂਦੀ ਜਾਂਦੀ, ਉਹਨਾਂ ਨੂੰ ਕਹੋ ਯਾਰ ਮੈਂ ਬੱਕਰੀ ਵੇਚਣੀ ਹੈ, ਤੁਸੀਂ 2 ਲੱਖ ਦੀ ਵੇਚ ਸਕਦੇ। ਅਗਰ ਤੁਸੀਂ ਨਹੀਂ ਵੇਚ ਸਕਦੇ ਨਾ ਤੇ ਉਸ ਬੱਕਰੀ ਦੀ ਇਹ ਵੈਲਿਊ ਹੈ ਹੀ ਨਹੀਂ। ਹੁਣ ਇੱਕ ਸਾਦਾ ਜੀ, ਇੱਕ ਛੋਟੀ ਜਿਹੀ ਇੱਕ ਮੈਂ ਮਿਸਾਲ ਦਿੰਦਾ, ਤੁਹਾਡੇ ਕੋਲੇ ਇੱਕ ਹੋਂਡਾ ਮੋਟਰਸਾਈਕਲ ਹੈ 70, ਪਤਾ ਨਹੀਂ ਮੇਰੇ ਖਿਆਲ 1.25 ਲੱਖ ਰੁਪਏ ਦੀ ਸ਼ਾਇਦ ਨਵੀਂ ਨਿਕਲਦੀ ਆ ਜਾਂ ਯੂਜ਼ 'ਚ ਕਿਹੜਾ ਵੀ ਮਾਡਲ ਆ, ਛੱਡੋ, ਤੁਸੀਂ 50,000 ਦਾ ਲੈ ਲਿਆ ਹੋਂਡੇ ਦਾ, ਠੀਕ ਆ। ਤੁਸੀਂ ਮਾਰਕੀਟ ਚੈੱਕ ਕੀਤੀ, ਤੁਹਾਨੂੰ ਇੱਕ ਅੰਦਾਜ਼ਾ ਹੋ ਗਿਆ ਕਿ ਜਿਹੜਾ 20 ਮਾਡਲ ਮੋਟਰਸਾਈਕਲ ਆ ਨਾ, ਉਹ 50,000 ਦਾ ਮਿਲਦਾ ਪਿਆ ਹੋਂਡਾ ਕੰਪਨੀ ਦਾ ਇਸ ਕੰਡੀਸ਼ਨ 'ਚ, ਠੀਕ। ਤੁਸੀਂ 50,000 ਦਾ ਮੇਰੇ ਕੋਲ ਲਿਆ, ਲੇਕਿਨ ਤੁਸੀਂ ਬਾਹਰ ਖਲੋ ਜਾਓ, ਤੁਹਾਡਾ 50 ਦਾ ਵਿਕੇਗਾ ਉਹ। ਉਹਨੂੰ ਕਹਿੰਦੇ ਆ ਕਿ ਇਹ ਸਹੀ ਕੀਮਤ ਦੇ ਉੱਤੇ ਤੁਸੀਂ ਟ੍ਰੇਡਿੰਗ ਕਰ ਰਹੇ ਹੋ, ਸਹੀ ਖਰੀਦ ਰਹੇ ਹੋ, ਤੁਹਾਨੂੰ 1000-2000 ਨਫਾ ਵੀ ਦੇ ਸਕਦਾ, ਕੋਈ 1000-1500 ਉੱਤੇ ਥੱਲੇ ਹੋ ਸਕਦਾ, ਲੇਕਿਨ ਇਹ ਨੁਕਸਾਨ ਨਹੀਂ ਹੁੰਦਾ, ਠੀਕ ਆ। ਤੇ ਜੇ 2 ਲੱਖ ਵਾਲੀ ਚੀਜ਼ ਆ, ਤੁਹਾਨੂੰ ਬਾਹਰ ਜਾ ਕੇ ਬੰਦਾ 70,000 ਲਾ ਰਿਹਾ, ਤੇ ਫਿਰ ਉਹ ਜ਼ਿਆਦਤੀ ਹੈ, ਤੁਹਾਡਾ ਨੁਕਸਾਨ ਆ। ਗੱਲ ਥੋੜੀ ਜਿਹੀ ਇਸੇ ਟੌਪਿਕ ਦੇ ਉੱਤੇ ਲੰਬੀ ਹੋ ਗਈ। ਅਸਲ ਟੌਪਿਕ ਤੇ ਮੇਰਾ ਇਹ ਸੀਗਾ ਕਿ ਤੁਸੀਂ ਜਿਹੜੀ ਬੱਕਰੀ ਖਰੀਦਣੀ ਹੈ ਵੀ ਹੈ ਤੇ ਉਹਦੇ ਨਾਲ ਜੁੜਿਆ ਹੋਇਆ, ਇਹ ਤੁਹਾਨੂੰ ਸਮਝਾ ਰਿਹਾ ਸੀ। ਤੇ ਤੁਸੀਂ ਕੋਸ਼ਿਸ਼ ਕਰੋ ਕਿ ਆਪਦੀ ਕਰੀਬੀ ਮੰਡੀ ਦੇ ਵਿੱਚੋਂ ਤੁਸੀਂ ਨਾ ਜਾਨਵਰ ਨੂੰ ਪਰਚੇਜ਼ ਕਰ ਲਓ। ਬਿਲਫਰਜ਼ ਅਗਰ ਤੁਹਾਡੇ ਕੋਲੇ ਕਰੀਬ ਦੇ ਵਿੱਚ ਮੰਡੀ ਨਹੀਂ ਲੱਗਦੀ, ਤੁਸੀਂ ਦੂਰ ਆਉਣਾ ਤੇ ਮਜਬੂਰੀ ਹੈ, ਲੇਕਿਨ ਚੀਜ਼ ਤੁਹਾਨੂੰ ਰੇਟ ਨਾਲ ਹੀ ਮਿਲਣੀ ਆ। ਇਹ ਤੁਸੀਂ ਜ਼ਿਹਨ ਚੋਂ ਕੱਢ ਦੋਗੇ, ਤੁਹਾਨੂੰ ਹੁਣ ਬੈਕਵਰਡ ਏਰੀਆ ਦੇ ਵਿੱਚੋਂ ਜਾ ਕੇ ਬੱਕਰੀ ਸਸਤੀ ਮਿਲ ਜਾਏਗੀ, ਨਹੀਂ ਮਿਲੇਗੀ ਬੱਕਰੀ ਸਸਤੀ, ਕੋਈ ਚੀਜ਼ ਸਸਤੀ ਨਹੀਂ ਮਿਲੇਗੀ। ਜਿਹੜਾ ਰੇਟ ਗੰਦਮ ਦਾ ਇੱਥੇ ਚੱਲਦਾ ਪਿਆ, ਇਸ ਚੱਕ 'ਚ ਚੱਲਦਾ ਪਿਆ ਨਾ, ਉਹ ਹੀ ਲਾਹੌਰ ਸ਼ਹਿਰ ਦੇ ਵਿੱਚ ਇਹ ਆ ਕਿ ਜ਼ਰਾ ਲਾਹੌਰ ਦੇ ਵਿੱਚ ਇੱਕ ਚੀਜ਼ ਜਾਂਦੀ ਆ, ਕੋਈ 50 ਰੁਪਏ ਮਹਿੰਗੀ ਹੋ ਜਾਏਗੀ, 100 ਰੁਪਏ ਮਹਿੰਗੀ ਹੋ ਜਾਏਗੀ ਮਣ ਮਗਰ ਕਣਕ, ਬਸ ਇਸ ਤੋਂ ਵੱਧ ਫਰਕ ਨਹੀਂ ਆਏਗਾ। ਜਿਹੜਾ ਸਬਜ਼ ਚਾਰੇ ਦਾ ਰੇਟ ਇੱਥੇ ਆ ਨਾ, ਉਹੀ ਲਾਹੌਰ ਆ, ਉਹੀ ਤੁਹਾਨੂੰ ਫੈਸਲਾਬਾਦ ਮਿਲੇਗਾ, ਕੋਈ 10-20 ਰੁਪਏ ਦਾ 30 ਰੁਪਏ ਦਾ ਫਰਕ ਆ ਜਾਏਗਾ ਬਸ। ਜਿਹੜਾ ਗੋਸ਼ਤ ਦਾ ਰੇਟ ਇੱਥੇ ਆ, ਇਹ ਸਾਡੇ ਕੋਲ ਅਗਰ ਵੱਛੇ ਦਾ ਕੱਟੇ ਦਾ ਗੋਸ਼ਤ ਅਸੀਂ ਲੈ ਕੇ ਆਈਏ ਨਾ, ਤੇ 1100 ਰੁਪਏ ਕਿਲੋ ਮਿਲਦਾ ਸਾਨੂੰ ਗੋਸ਼ਤ। ਤੇ ਲਾਹੌਰ ਦੇ ਵਿੱਚ 1100 ਨਾ ਹੋਇਆ ਤੇ 1200 ਹੋਏਗਾ, 1300 ਹੋ ਜਾਏਗਾ, 1150 1250 ਹੋ ਜਾਏਗਾ। ਇੱਥੇ ਕੀ ਹੈ, ਬੱਕਰੀ ਦੇ ਗੋਸ਼ਤ ਆ ਜਿਹੜਾ, ਉਹ ਅਗਰ ਤੁਸੀਂ ਲੈਂਦੇ ਹੋ ਤੇ ਉਹ ਤੁਹਾਨੂੰ ਮਿਲ ਜਾਏ, ਸਾਡੇ ਇੱਥੇ ਮਿਲਦਾ ਤਕਰੀਬਨ 1700 ਰੁਪਇਆ ਵੀ ਮਿਲਦਾ, 2000 ਵੀ ਮਿਲਦਾ, ਤੇ 2500 ਰੁਪਇਆ ਵੀ ਮਿਲਦਾ। ਤਕਰੀਬਨ ਇਹੀ ਰੇਟ ਦੂਜੇ ਸ਼ਹਿਰਾਂ ਦੇ ਵਿੱਚ ਵੀ ਹੈ, ਤਕਰੀਬਨ ਮਿਲਦੇ ਜੁਲਦੇ ਆ, ਥੋੜਾ ਬਹੁਤਾ ਫਰਕ ਆ ਜਾਂਦਾ, ਕਾਰਗੋ ਵਗੈਰਾ ਉੱਤੇ ਅੱਗੇ ਪਿੱਛੇ ਹੁੰਦੀ ਹੈ ਨਾ। ਤੇ ਮੇਨ ਕਹਿਣ ਦਾ ਮਕਸਦ ਇਹ ਹੈ ਕਿ ਤੁਸੀਂ ਅਗਰ ਆਪਣੇ ਕਰੀਬ 'ਚੋਂ ਜਾਨਵਰ ਖਰੀਦ ਲੋਗੇ, ਕਾਰਗੋ ਵਗੈਰਾ ਕਮ ਪੈਗੀ ਤੁਹਾਨੂੰ, ਤੁਸੀਂ ਘਰ ਰੱਖਣਾ ਚਾਹੁੰਦੇ ਹੋ, ਤੇ ਉਹ ਇਸ ਵਾਸਤੇ ਕਹਿ ਰਹੇ ਹਾਂ। ਅੱਛਾ, ਦੂਸਰੇ ਨੰਬਰ ਤੇ ਤੁਸੀਂ ਅਗਰ ਫਾਰਮਿੰਗ ਕਰਨਾ ਚਾਹ ਰਹੇ ਹੋ, ਤਾਂ ਫਿਰ ਤੁਸੀਂ ਇਹ ਜ਼ਿਹਨ ਬਣਾਓ ਕਿ ਦੋ ਚੀਜ਼ਾਂ ਨੇ ਫਾਰਮਿੰਗ ਵਾਸਤੇ। ਇਹ ਤੇ ਮੈਂ ਤੁਹਾਨੂੰ ਦੱਸਿਆ ਨਾ ਕਿ ਤੁਸੀਂ ਅਗਰ ਘਰੇ 1-2-3 ਬੱਕਰੀਆਂ ਕਿ ਬੱਚੇ ਹੁੰਦੇ ਆ ਘਰ ਦੇ ਵਿੱਚ, ਜਾਂ ਵੈਸੇ ਦੁੱਧ ਦੀ ਜ਼ਰੂਰਤ ਆ, ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ 3-4 ਕਿਲੋ 2 ਟਾਈਮ ਦੇ ਵਿੱਚ ਦੁੱਧ ਮਿਲ ਜਾਵੇ, ਤੁਸੀਂ 2 ਬੱਕਰੀਆਂ ਰੱਖਣੀਆਂ ਨੇ, ਤੇ ਇਹ ਤੁਹਾਨੂੰ ਮੈਂ ਉਹ ਤਰੀਕਾ ਦੱਸਿਆ। ਹੁਣ ਤੁਸੀਂ ਪ੍ਰੋਪਰ ਫਾਰਮਿੰਗ ਕਰਨਾ ਚਾਹੁੰਦੇ ਹੋ, ਤੁਸੀਂ ਟੈਡੀ ਬੱਕਰੀ ਪਾਣੀ ਆ, ਦੋਗਲੀ ਪਾਣੀ ਆ, ਜਾਂ ਦੇਸੀ ਬੱਕਰੀ। ਹੁਣ ਉਹਦਾ ਤੁਸੀਂ ਨਾ, ਉਹਦੇ ਵਿੱਚ ਵੀ 2 ਚੀਜ਼ਾਂ ਆਉਂਦੀਆਂ। ਇੱਕ ਆਉਂਦੀ ਆ ਕਿ ਦੁੱਧ, ਕਿ ਤੁਸੀਂ ਬੱਕਰੀ ਦੇ ਦੁੱਧ ਤੇ ਕੰਮ ਕਰਨਾ, ਜਾਂ ਬੱਕਰੀ ਦੇ ਗੋਸ਼ਤ ਤੇ ਕੰਮ ਕਰਨਾ।
ਦੁੱਧ ਵਾਸਤੇ ਤਾਂ ਮੈਂ ਤੁਹਾਨੂੰ ਕਦੀ ਵੀ ਨਹੀਂ ਕਹਾਂਗਾ ਕਿ ਤੁਸੀਂ ਦੁੱਧ ਦੀ ਬੇਸ ਦੇ ਉੱਪਰ ਫਾਰਮ ਖੋਲੋ, ਕਦੀ ਵੀ ਨਹੀਂ ਰਿਕਮੈਂਡ ਕਰਾਂਗਾ। ਪਾਕਿਸਤਾਨ ਦੇ ਵਿੱਚ ਬੱਕਰੀ ਦੀ ਸਪੈਸੀਫਿਕ ਕੋਈ ਦੁੱਧ ਦੀ ਮਾਰਕੀਟ ਹੈ ਹੀ ਨਹੀਂ। ਇੱਥੋਂ ਤੁਸੀਂ ਜਿੰਨੀਆਂ ਮਰਜ਼ੀ ਬੱਕਰੀਆਂ ਦੁੱਧ ਚੋ ਕੇ ਲੈ ਜਾਓ, ਉਲਟਾ ਕੋ ਗੱਲਾਂ ਕਰਦੇ ਨੇ, ਉਹ ਨਹੀਂ ਯਾਰ ਬੱਕਰੀ ਦਾ ਦੁੱਧ ਨਹੀਂ, ਬਹੁਤ ਨਖਰਾ ਕਰਨਗੇ। ਹਾਲਾਂਕਿ ਅੱਛਾ ਦੁੱਧ ਆ, ਬਹੁਤ ਅੱਛਾ ਦੁੱਧ ਆ। ਇੰਡੀਆ ਦੇ ਵਿੱਚ ਤਾਂ ਫਿਰ ਵੀ ਤਕਰੀਬਨ ਮਾਰਕੀਟ ਇਹਦੀ ਬਿਹਤਰ ਆ। ਚਾਈਨਾ ਦੇ ਵਿੱਚ ਬਹੁਤ ਜ਼ਬਰਦਸਤ ਆ। ਚਾਈਨਾ ਦੇ ਵਿੱਚ ਮੈਂ ਦੇਖਦਾ ਬੱਕਰੀ ਦੁੱਧ ਦੀ ਬਹੁਤ ਅੱਛੀ ਵੈਲਿਊ ਹੈ। ਮੈਂ ਦੇਖੀ ਜਿਹੜੀਆਂ ਵੀਡੀਓ, ਇੰਡੀਆ 'ਚ ਵੀ ਕਾਫੀ ਬਿਹਤਰ ਹੈ, ਲੇਕਿਨ ਇੰਨੀ ਜ਼ਿਆਦਾ ਬਿਹਤਰ ਇੰਡੀਆ ਦੇ ਵਿੱਚ ਵੀ ਨਹੀਂ ਹੈ। ਔਰ ਪਾਕਿਸਤਾਨ ਦੇ ਵਿੱਚ ਤਾਂ ਕੋਈ ਮਜਬੂਰੀ ਦਾ ਮਾਰਿਆ ਆ ਗਿਆ ਤਾਂ ਸਾਡੇ ਕੋਲ ਮਹਿੰਗਾ 10-20 ਰੁਪਏ ਲੈ ਸਕਦਾ, ਅਦਰਵਾਈਜ਼ ਨਹੀਂ। ਲੇਕਿਨ ਇਸ ਤਰੀਕੇ ਨਾਲ ਜਿਹੜਾ ਤੁਸੀਂ ਕਾਰੋਬਾਰ ਨਹੀਂ ਖੜਾ ਕਰ ਸਕਦੇ ਨਾ, ਜਦੋਂ ਇੱਕ ਚੀਜ਼ ਦੀ ਮਾਰਕੀਟ ਹੀ ਨਹੀਂ ਹੈਗੀ, ਉਹਦੀ ਬੇਸ ਦੇ ਉੱਤੇ ਤੁਸੀਂ ਕਾਰੋਬਾਰ ਦੇ ਉੱਤੇ ਪੈਸਾ ਲਾ ਕੇ ਕਾਰੋਬਾਰ ਉਹਨੂੰ ਸਟੈਂਡ ਨਹੀਂ ਕਰ ਸਕਦੇ। ਪਾਕਿਸਤਾਨ ਦੇ ਵਿੱਚ ਜਾਂ ਦੁਨੀਆ ਪੂਰੀ ਦੇ ਵਿੱਚ ਬੱਕਰੀ ਦੇ ਗੋਸ਼ਤ ਦੇ ਉੱਤੇ ਕੋਈ ਰਾਏ ਨਹੀਂ ਹੈਗੀ। ਗੋਸ਼ਤ ਦਾ ਕੰਮ ਪੂਰੀ ਦੁਨੀਆ ਦੇ ਵਿੱਚ ਆਲਮੋਸਟ ਬੱਕਰੀ ਦਾ ਜਿਹੜਾ ਗੋਸ਼ਤ ਪਸੰਦ ਕੀਤਾ ਜਾਂਦਾ ਔਰ ਚੱਲਦਾ। ਬੜੇ ਬੜੇ ਫਾਰਮ ਬਣੇ ਆ, ਬੜਾ ਗੋਸ਼ਤ ਹੋ ਰਿਹਾ। ਤੇ ਮੈਂ ਇਹੀ ਕਹੂੰਗਾ ਕਿ ਤੁਸੀਂ ਦੁੱਧ ਇੱਕ ਅਲੱਗ ਆਪਸ਼ਨ ਆ ਰੱਖੋ। ਤੁਹਾਡੇ ਕੋਲ ਅਗਰ ਕੋਈ ਜਗ੍ਹਾ ਹੈ ਜਾਂ ਤੁਸੀਂ ਵੇਚ ਸਕਦੇ ਹੋ ਤਾਂ ਠੀਕ ਆ, ਲੇਕਿਨ ਮੇਨ ਫੋਕਸ ਰੱਖੋ ਗੋਸ਼ਤ ਨੂੰ। ਔਰ ਅਗਰ ਗੋਸ਼ਤ ਦਾ ਕੰਮ ਕਰਨਾ ਫਿਰ ਤੁਸੀਂ ਟੈਡੀ ਬੱਕਰੀ ਦਾ ਕਰ ਸਕਦੇ ਆ। ਇੱਕ ਹੀ ਗੱਲ ਆ, ਰੇਟ ਇੱਕੋ ਹੀ ਆ। ਜ਼ਰਬ ਹਮੇਸ਼ਾ ਤੁਹਾਡੇ ਕਿਲੋਆਂ ਨਾਲ ਹੀ ਆਉਣੀ ਆ, ਇਸ ਜ਼ਿਹਨ 'ਚ ਰੱਖ ਲਓ ਗੱਲ। ਔਰ ਜਿੰਨਾ ਜ਼ਿੰਦਾ ਵਜ਼ਨ ਆ ਬੱਕਰੀ ਦਾ ਜਾਂ ਬੱਕਰੇ ਦਾ, ਤੁਹਾਡੇ ਦਾ ਫਰਜ਼ ਕਰੋ 50 ਕਿਲੋ ਆ ਜ਼ਿੰਦਾ ਵਜ਼ਨ ਬੱਕਰੇ ਦਾ, ਉਹਦਾ 50% ਮੀਟ ਆ। ਥੋੜ੍ਹਾ ਬਹੁਤਾ 19 ਵੀ ਫਰਕ ਹੋ ਜਾਂਦਾ। ਜਾਨਵਰ ਹੈਲਦੀ ਆ, ਸਿਹਤਮੰਦ ਆ ਜ਼ਰਾ, ਤੇ ਥੋੜ੍ਹਾ ਜ਼ਿਆਦਾ ਗੋਸ਼ਤ ਵੀ ਆ ਜਾਂਦਾ 50% ਤੋਂ। ਨਹੀਂ ਅਗਰ ਉਹ ਜ਼ਿਆਦਾ ਹੋਇਆ ਤਾਂ ਫਿਰ ਥੋੜ੍ਹਾ ਕਿਲੋ ਘੱਟ ਆ ਜਾਏਗਾ ਬਸ, ਲੇਕਿਨ ਲਗਭਗ 50% ਉਹਦੀ ਰੇਸ਼ੋ ਰਹਿ ਜਾਂਦੀ ਹੈ ਬੱਕਰੇ ਦੀ ਵੀ ਔਰ ਵੱਡੇ ਜਾਨਵਰ ਦੀ ਵੀ। ਤੇ ਬਾਕੀ ਦੋਗਲੀ ਬੱਕਰੀ ਲੈਂਦੇ ਹੋ ਉਹਦੇ ਵਿੱਚ ਵੀ ਇਹੀ ਚੀਜ਼ ਆ। ਅਗਰ ਦੇਸੀ ਲੈਂਦੇ ਹੋ ਉਹਦੇ ਵਿੱਚ ਵੀ ਗੋਸ਼ਤ ਦਾ ਸੇਮ ਰੇਟ ਆ, ਕਿਉਂਕਿ ਆਪਾਂ ਜਦੋਂ ਜਾਂਦੇ ਆ ਲੈਣ ਵਾਸਤੇ ਗੋਸ਼ਤ ਦੀ ਦੁਕਾਨ ਤੇ ਗੋਸ਼ਤ, ਤੇ ਆਪਾਂ ਉੱਥੇ ਜਾ ਕੇ ਕਦੇ ਵੀ ਨਹੀਂ ਪੁੱਛਿਆ ਵੀ ਯਾਰ ਤੂੰ ਟੈਡੀ ਬੱਕਰਾ ਕੀਤਾ ਜਾਂ ਦੇਸੀ ਕੀਤਾ ਜਾਂ ਦੋਗਲਾ ਕੀਤਾ। ਬੱਕਰਾ ਨਾ, ਬੱਕਰਾ ਜੀ ਠੀਕ ਹੈ ਦੇ ਦਿਓ, ਲੈ ਲਿਆ ਗੋਸ਼ਤ। ਇੱਥੇ ਕਹਾਣੀ ਖਤਮ ਹੋ ਜਾਂਦੀ ਗੋਸ਼ਤ ਦੀ। ਤੇ ਬਾਕੀ ਹੁਣ ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਹਾਡਾ ਸ਼ੌਕ ਕਿਦਾਂ ਦਾ ਵਾ, ਵੀ ਤੁਸੀਂ ਕਹਿੰਦੇ ਆ ਕਿ ਨਹੀਂ ਜੀ ਅਸੀਂ ਆ ਲੈਣਾ ਵਾ, ਨਸਲ ਦੇ ਉੱਤੇ ਕੰਮ ਕਰਨਾ ਵਾ। ਇਹ ਨਸਲ ਕੋਈ ਸ਼ੈ ਨਹੀਂ ਹੁੰਦੀ, ਕੋਈ ਸ਼ੈ ਨਹੀਂ, ਕੋਈ ਨਸਲ ਕੋਈ ਸ਼ੈ ਨਹੀਂ ਹੁੰਦੀ। ਕੀ ਹੁੰਦੀ ਹੈ ਨਸਲ? ਤੁਸੀਂ ਜ਼ਰਾ ਹਾਈਟ ਵਾਲੀ ਲੈ ਲਓ ਬੱਕਰੀ, ਉਹ ਬਰੀਡਰ ਸ਼ਰੀਡਰ ਹੈ ਤਾਂ ਫਾਰਮ ਤੁਸੀਂ ਅਗਰ ਕਰ ਰਹੇ ਹੋ, ਬਰੀਡਿੰਗ ਫਾਰਮ ਬਣਾ ਰਹੇ ਹੋ, ਉਹਦੇ ਵਿੱਚ ਤੁਹਾਡੀ ਬੱਕਰੀ ਜਿਹੜੀ ਆ ਉਹ 19-20 ਵੀ ਚੱਲ ਜਾਏਗੀ, 18-20 ਵੀ ਚੱਲ ਜੂ, 17-20 ਵੀ ਚੱਲ ਜੂ। ਬਰੀਡਰ ਅੱਛਾ ਰੱਖ ਲਓ ਜ਼ਰਾ, ਹਾਈਟ ਵਾਲਾ ਹੋਏਗਾ, ਜ਼ਰਾ ਬੱਚਾ ਜਿਹੜਾ ਉਹ ਜ਼ਰਾ ਹਾਈਟਡ ਰਹੇਗਾ, ਜ਼ਰਾ ਭਰਿਆ ਹੋਏਗਾ, ਵਾਹਵਾ ਦਰਮਿਆਨਾ ਜਿਹਾ ਬਣ ਜਾਂਦਾ। ਬੱਕਰੀ ਵੀ ਥੋੜੀ ਦਰਮਿਆਨੀ ਲੈ ਲਓ ਅੱਛੀ, ਬਹੁਤੀਆਂ ਵੀ ਨਿੱਕੀਆਂ ਜਾਂ ਫਿਰ ਸਾਰੇ ਨਿੱਕੀ ਦਾ ਕੰਮ ਕਰ ਲਓ, ਉਹ ਵੀ ਕੋਈ ਮਸਲਾ ਨਹੀਂ। ਯਾਨੀ ਕਿ ਰਲਦਾ ਮਿਲਦਾ ਜਾਂ ਕਰ ਲਓ। ਔਰ ਕੋਸ਼ਿਸ਼ ਇਹ ਕਰੋ ਕਿ ਤੁਹਾਡੇ ਕੋਲ ਜਿਹੜਾ ਕੰਮ ਕਰ ਰਹੇ ਨੇ ਉਹਦਾ ਕਸਟਮਰ, ਉਹਦੀ ਮਾਰਕੀਟ ਵੱਡੀ ਹੋਵੇ, ਫਿਰ ਮਜ਼ਾ ਜੀ। ਹੁਣ ਮਾਰਕੀਟ ਮੈਂ ਫਰਜ਼ ਕਰੋ ਜੀ ਬਰੀਡ ਦੇ ਨਾਮ ਦੇ ਉੱਤੇ ਤੇ ਮੈਂ 100 ਬੱਕਰੀ ਪਾਲੀ, ਠੀਕ ਆ। ਲੋਕਾਂ ਦੇ ਕੋਲ ਪੈਸਾ ਵੀ ਹੈ, 100 ਕੀ ਲੋਕ 1000 2-2000 ਬੱਕਰੀ ਪਾਲ ਸਕਦੇ। ਉਹ ਜਿਹੜਾ ਬੰਦਾ ਛੋਟੀ ਲੈ ਸਕਦਾ ਉਹ ਵੱਡੀਆਂ ਵੀ ਨਸਲ ਦੇ ਉੱਤੇ ਵੀ ਆ ਸਕਦਾ। ਜਿਹਨੇ 1 ਕਰੋੜ ਲਾਉਣਾ ਉਹ 2 ਕਰੋੜ ਵੀ ਲਾ ਸਕਦਾ ਇਸ ਕੰਮ 'ਚ। ਅੱਛਾ, ਉਹ ਹੁਣ ਬੱਕਰੀਆਂ ਲੈ ਕੇ ਪਾਲ ਲਈਆਂ ਉਹਨੇ, ਵੱਡੀਆਂ ਬੱਕਰੀਆਂ, ਉਹ ਉਹਨਾਂ ਨੇ ਬੱਚੇ ਦੇ ਦਿੱਤੇ ਆ। ਜ਼ਾਹਰੀ ਗੱਲ ਆ ਬੱਕਰੀ ਜਿਹੜੀ ਆ ਉਹ ਮਾਸ਼ਾਅੱਲਾ 5 ਮਹੀਨੇ ਤੋਂ ਬਾਅਦ ਬੱਚਾ ਦੇ ਦਿੰਦੀ, ਤਕਰੀਬਨ 150 ਦਿਨ 155 ਦਿਨ ਤੱਕ ਬੱਚਾ ਦੇ ਦਿੰਦੀ ਹੈ। ਜਿਹੜੀ ਬੱਕਰੀ ਅੱਜ ਕ੍ਰਾਸ ਹੋਈ ਆ ਉਹ 150 ਤੋਂ 155 ਦਿਨ ਦੇ ਵਿੱਚ, ਭਾਵੇਂ ਟੈਡੀ ਆ, ਭਾਵੇਂ ਦੋਗਲੀ ਆ, ਭਾਵੇਂ ਦੇਸੀ ਆ, ਉਹ ਇੰਨੀ ਦੇਰ 'ਚ ਬੱਚਾ ਦੇ ਦਿੰਦੀ। ਅੱਛਾ, ਹੁਣ ਨਾ ਤੁਹਾਡੀ 100 ਬੱਕਰੀ ਸੂਈ ਆ ਤੇ ਦੋ ਨਾ ਲੋਕ ਅਕਸਰ ਅਮੂਮਨ ਜ਼ਰਬ ਦਿੰਦੇ ਆ, ਜਾਂ ਕਈ ਮੈਨੂੰ ਇਹ ਵੀ ਮੈਸੇਜ ਆ ਰਹੇ ਹੁੰਦੇ ਆ ਕਿ ਯਾਰ ਦੇਸੀ ਬੱਕਰੀਆਂ 1 ਦਿੰਦੀਆਂ, ਟੈਡੀ 4 ਦਿੰਦੀਆਂ। ਆਲਮੋਸਟ ਐਵਰੇਜ 2 ਬੱਚਿਆਂ ਦੀ ਹੁੰਦੀ ਹੈ, ਦੇਸੀ ਦੀ ਵੀ 2 ਦੀ ਹੁੰਦੀ ਹੈ, ਔਰ ਦੋਗਲੀ ਦੀ ਵੀ 2 ਦੀ ਹੁੰਦੀ ਹੈ, ਟੈਡੀ ਦੀ ਵੀ ਹੁੰਦੀ ਹੈ। ਤੁਸੀਂ ਜਦੋਂ ਬੱਕਰੀਆਂ ਜ਼ਿਆਦਾ ਰੱਖੀਆਂ ਹੋਈਆਂ ਨਾ, ਕਈ ਟੈਡੀ ਬੱਕਰੀ ਵੀ 1 ਬੱਚਾ ਦੇ ਰਹੀ ਆ, ਅੱਲਾਹ ਤਾਲਾ ਦੀ ਸ਼ਾਨ ਆ। ਔਰ ਕਈ ਦਫਾ ਟੈਡੀ 4 ਦੇ ਰਹੀ ਆ, ਕਈ ਦਫਾ ਦੋਗਲੀ 2 ਦੇ ਰਹੀ ਆ, 3 ਦੇ ਰਹੀ ਆ, 1 ਦੇ ਰਹੀ ਆ। ਇਸੇ ਤਰੀਕੇ ਨਾਲ ਦੇਸੀ, ਸਾਡੇ ਕੋਲ ਇੱਕ ਦੇਸੀ ਚੰਗੇ ਕੱਦ ਵਾਲੀ ਬੱਕਰੀ ਆ, ਇਸ ਦਫਾ ਉਹਨੇ 3 ਬੱਚੇ ਦਿੱਤੇ। ਤੇ ਇਹ ਚੀਜ਼ਾਂ ਇਹ ਅੱਲਾਹ ਤਾਲਾ ਦੇ ਕੰਮ ਆ। ਇਹਦੇ ਵਿੱਚ ਕਿਸੇ ਬੰਦੇ ਦਾ ਕੋਈ ਨਾ ਅਖਤਿਆਰ ਆ, ਨਾ ਕੋਈ ਫਾਰਮੂਲਾ, ਨਾ ਕੋਈ ਸਿਮਨ, ਨਾ ਕੋਈ ਇਹ ਨਾ ਉਹ, ਕੋਈ ਚੀਜ਼ ਨਹੀਂ, ਸਿਰਫ ਕੁਦਰਤ ਅੱਲਾਹ ਤਾਲਾ ਦੀ, ਜਿੰਨੇ ਦੇ ਦੇਵੇ ਦੇ ਦੇਵੇ। ਅੱਛਾ, ਇੱਕ ਤਾਂ ਇਹ ਵੀ ਤੁਹਾਡਾ ਕਨਸੈਪਟ ਕਲੀਅਰ ਹੋ ਗਿਆ ਕਿ ਬੱਚੇ ਕਿਸ ਤਰੀਕੇ ਨਾਲ ਦਿੰਦੀ ਹੈ। ਬਸ ਕਰਨਾ ਮੇਨ ਕਿ ਤੁਸੀਂ ਮਾਲ ਵੇਚ ਸਕੋ ਆਸਾਨੀ ਨਾਲ। ਇਹ ਨਾ ਹੋਵੇ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ ਕਿ ਅਗਰ ਆਪਾਂ 100 ਬੱਕਰੀ ਵੱਡੀ ਤਿਆਰ ਕਰ ਲੈਂਦੇ ਆ, ਉਹਦਾ ਬੱਚਾ ਵੀ ਤਿਆਰ ਕਰ ਲਿਆ ਆਪਾਂ ਖਰਚਾ ਕਰਕੇ,
ਉਹ ਥੋੜਾ ਮਹਿੰਗਾ ਤਿਆਰ ਹੋਇਆ, ਉਹਨੂੰ ਵੰਡੇ ਛੰਡੇ ਇਹ ਉਹ ਪ੍ਰੋਟੋਕੋਲ ਦੇਣੇ ਪਏ ਆਪਾਂ ਨੂੰ। ਹੁਣ 3 ਲੱਖ ਵਾਲਾ ਬੱਚੇ ਦੀ ਮੈਂ ਰੇਸ਼ੋ ਦੱਸ ਰਿਹਾ ਸੀਗਾ, ਇੱਕ ਵਿੱਚ ਹੀ ਰਹਿ ਗਈ ਗੱਲ ਕਿ ਔਨ ਐਵਰੇਜ ਜਿਹੜਾ ਨਾ 100 ਬੱਕਰੀ ਤੁਸੀਂ ਰੱਖੀ ਆ, ਉਹਦੇ ਵਿੱਚੋਂ ਕੋਈ 10 ਬੱਕਰੀਆਂ ਨੇ ਬੱਚੇ ਨਹੀਂ ਵੀ ਦਿੱਤੇ, ਲੇਟ ਦੇ ਦਿੰਦੀਆਂ ਨੇ, ਕੋਈ ਕਿੱਦਾਂ ਮਸਲੇ ਮਸਾਇਲ। ਬਾਕੀ ਆਲਮੋਸਟ ਵਿੱਚੋਂ ਕੁਝ ਬੱਚੇ ਮਰ ਵੀ ਜਾਂਦੇ ਨੇ। ਜਿਹੜਾ ਤਿਆਰ ਮਾਲ ਹੁੰਦਾ ਨਾ ਉਹਨੂੰ ਤੁਸੀਂ 1.5 ਨਾਲ ਜ਼ਰਬ ਦੇ ਸਕਦੇ ਆ, ਇਨਸ਼ਾਅੱਲਾ ਇਹੀ ਰੇਸ਼ੋ ਨਿਕਲਦੀ ਹੈ। ਯਾਨੀ ਕਿ 100 ਬੱਕਰੀ ਦਾ ਤੁਸੀਂ 200 ਦੀ ਕੈਲਕੂਲੇਸ਼ਨ ਨਹੀਂ ਕਰੋਗੇ। ਜਿਹੜਾ ਬੱਚਾ ਤੁਹਾਡਾ ਨਾ ਸੰਭਲਣਾ ਵਾ, ਤਿਆਰ ਹੋਣਾ ਵਾ, ਤੁਸੀਂ ਸੇਲ ਕਰਨਾ, ਉਹ 150 ਬਲਕਿ 140 ਤੇ ਰੱਖ ਕੇ ਉਹਨੂੰ ਤੁਸੀਂ ਸੋਚੋ ਕਿ 100 ਬੱਕਰੀ ਨੇ ਬੱਚਾ ਦਿੱਤਾ ਤੇ ਉਹਦੇ ਵਿੱਚੋਂ ਤੁਹਾਡੇ 140 ਤੋਂ 150 ਬੱਚੇ ਤਿਆਰ ਹੋ ਗਏ। ਉਹ ਵਿੱਚੋਂ ਕੁਝ ਮਰ ਗਏ, ਕੋਈ ਬੱਕਰੀਆਂ ਲੇਟ ਸੂਈਆਂ, ਕੋਈ ਕਿੱਦਾਂ, ਉਹ ਸਾਰਾ ਲੈ ਦੇ ਕਰਕੇ ਤੁਹਾਡਾ 140 ਤੋਂ 150 ਬੱਚੇ 100 ਬੱਕਰੀ ਦੇ ਇੱਕ ਸੀਜ਼ਨ ਦੇ ਤਿਆਰ ਹੋਏ। ਕੋਈ ਬੰਦੇ ਕਹਿੰਦੇ ਜੀ ਟੈਡੀ ਬੱਕਰੀ ਜਿਹੜੀ ਆ ਉਹ ਸਾਲ 'ਚ 2 ਦਿੰਦੀ ਆ, ਦੋਗਲੀ 2 ਵਾਰੀ ਦਿੰਦੀ ਆ, ਜਾਂ ਦੇਸੀ ਜਿਹੜੀ ਆ 2 ਦਾ। ਇਹ ਗੱਲ ਨਹੀਂ ਹੈ। 5 ਮਹੀਨੇ ਦਾ ਟਾਈਮ ਪੀਰੀਅਡ ਆ। ਜਿਹਨੇ ਅੱਜ ਬੱਚਾ ਦਿੱਤਾ ਨਾ, ਜਿਹੜੀ ਮਰਜ਼ੀ ਬੱਕਰੀ ਆ, ਟੈਡੀ ਆ, ਦੋਗਲੀ ਆ ਜਾਂ ਦੇਸੀ, ਜਿਹਨੇ ਅੱਜ ਬੱਚਾ ਦੇਤਾ ਯਾਰ, ਉਹ ਸਵੇਰੇ ਦੀ ਕਰਾਸ ਨਹੀਂ ਨਾ ਹੋ ਜਾਣੀ। ਸਵੇਰੇ ਕਰਾਸ ਨਹੀਂ ਹੋ ਸਕਦੀ, ਕਿੱਦਾਂ ਹੋਏਗੀ? 15 ਦਿਨ ਤੇ ਉਹਦੇ ਥਣਾ ਦੇ ਉੱਤੋਂ ਸੋਜ ਨਹੀਂ ਲੈਂਦੀ। ਉਹਨੇ ਥੋੜਾ ਰਿਲੈਕਸ ਹੋਣਾ ਵਾ, ਕਮ ਸੇ ਕਮ ਵੀ 2 ਮਹੀਨੇ 2.5 ਮਹੀਨੇ ਲੈ ਜਾਂਦੀ ਆ। ਫਿਰ ਮੌਸਮ ਵੀ ਡਿਪੈਂਡ ਕਰਦਾ। ਜਿੱਦਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਤੱਤੀ ਲੋ ਚੱਲਦੀ ਸੀ ਜਿਹੜੀ, ਉਹਨਾਂ ਦਿਨਾਂ 'ਚ ਬੱਕਰੀ ਸੂਈ ਹੈ 4-4 ਮਹੀਨੇ ਬੱਕਰੀਆਂ ਕਰਾਸ ਹੋਈਆਂ, 3-3 ਮਹੀਨੇ। ਤੁਸੀਂ ਜੋ ਮਰਜ਼ੀ ਕਰ ਲਓ, ਬੱਕਰੀ ਫਿਰ ਰੈਸਟ ਚੱਲ ਜਾਂਦੀ। ਔਰ ਇਹ ਚੀਜ਼ ਅੱਛੀ ਆ, ਜਾਨਵਰ ਦੀ ਹੈਲਥ ਨਹੀਂ ਡਿੱਗਦੀ, ਜ਼ਰਾ ਖਾ ਪੀ ਲੈਂਦੀ ਆ, ਜਾਨ ਪਕੜ ਲੈਂਦੀ ਆ, ਬੱਚਾ ਵੀ ਪਲ ਜਾਂਦਾ। ਅੱਛੀ ਚੀਜ਼ ਆ ਵੈਸੇ। 2 ਮਹੀਨੇ ਦਾ ਬ੍ਰੇਕ ਹੋਣਾ ਚਾਹੀਦਾ ਵੀ ਹੈ। ਔਰ ਇਹਨਾਂ ਬੱਕਰਾ ਵਿੱਚ ਵੀ ਤੁਸੀਂ ਛੱਡਿਆ ਹੋਇਆ 2 ਮਹੀਨੇ ਦਾ ਪੱਕਾ ਬ੍ਰੇਕ ਲੈ ਜਾਂਦੀ ਹੈ ਸਾਰੀਆਂ ਹੀ ਬੱਕਰੀਆਂ ਅਮੂਮਨ। ਵੈਸੇ ਤਾਂ 2.5 ਤੋਂ 3 ਮਹੀਨੇ ਵੀ ਕਰ ਜਾਂਦੀਆਂ, ਲੇਕਿਨ 2 ਤਾਂ ਕਨਫਰਮ ਆ। ਤੇ ਅਗਰ 5 ਮਹੀਨੇ ਦਾ ਉਹਨੇ ਪੀਰੀਅਡ ਪੂਰਾ ਕੀਤਾ ਤਾਂ 2 ਉੱਤੇ ਹੋਰ ਪਾ ਲਓ, 7 ਮਹੀਨੇ ਹੋ ਗਏ, ਯਾਨੀ ਕਿ 12 ਮਹੀਨਿਆਂ 'ਚ ਨਹੀਂ, ਫਿਰ ਵੀ 14 ਮਹੀਨਿਆਂ 'ਚ ਜਾ ਕੇ ਬੱਚਾ ਦੇ ਰਹੀ ਆ। ਇਹ ਫਾਰਮੂਲਾ ਹਰ ਬੱਕਰੀ ਵਾਸਤੇ ਹੀ ਹੈ, ਦੇਸੀ ਲਈ ਵੀ, ਵੱਡੀ ਲਈ, ਜਿਹਨੂੰ ਤੁਸੀਂ ਨਸਲ ਕਹਿੰਦੇ ਆ, ਉਹਦੀ ਵੀ ਗੱਲ ਹੋ ਰਹੀ ਆ। ਤੇ ਟੈਡੀ ਬੱਕਰੀ ਜਿਹੜੀ ਆ, ਬੇਸ਼ੱਕ ਉਹ 5 ਕਿਲੋ ਗੋਸ਼ਤ ਵਾਲੀ ਆ, ਤਰੀਕਾ ਉਹਦਾ ਵੀ ਇਹੀ ਹੈ। ਤੇ ਜੇ ਕਈ ਬੱਕਰੀਆਂ ਜਿਹੜੀਆਂ ਹੁੰਦੀਆਂ ਨੇ ਪਿਓਰ ਦੇ ਵਿੱਚ ਚਲੀਆਂ ਜਾਂਦੀਆਂ ਨੇ ਦੇਸੀ, ਉਹਦੇ ਵਿੱਚ ਵੀ ਇਸੇ ਤਰੀਕੇ ਨਾਲ ਹੀ ਹੈ, ਫਰਕ ਨਹੀਂ ਐਡਾ ਹੈ। ਲੇਕਿਨ ਕਈ ਤਬੀਅਤ ਆ ਹਰ ਜਾਨਵਰ ਦੀ ਨਾ, ਕਈ ਜਲਦੀ ਹੀਟ 'ਚ ਆ ਜਾਂਦਾ ਵਾ, ਕਈ ਥੋੜਾ ਲੇਟ ਆਉਂਦੇ ਨੇ, ਕਈ 15 ਮਹੀਨੇ ਵੀ ਕਰ ਲੈਂਦੇ ਆ, ਇਸ ਤਰੀਕੇ ਨਾਲ ਹੀ ਆ। ਅੱਛਾ, ਹੁਣ ਫਿਰ ਟੌਪਿਕ ਦੇ ਉੱਤੇ ਗੱਲ ਕਰਦੇ ਹਾਂ ਕਿ ਤੁਸੀਂ ਸੇਲ ਕਰਨ ਵਾਸਤੇ ਮਾਲ ਉਹ ਪਾਓ ਜਿਹਨੂੰ ਸੇਲ ਕਰੋ। ਸੇਲ ਕਰਨ ਜਾਓ ਤਾਂ ਤਕਲੀਫ ਨਾ ਹੋਵੇ, ਤੁਹਾਨੂੰ ਪਤਾ ਹੋਵੇ ਠੀਕ ਹੈ ਯਾਰ ਇੰਨੇ ਦਾ ਮੈਨੂੰ ਮਾਰਕੀਟ 'ਚੋਂ ਮਿਲਣ ਵੀ ਦਿਆ ਤੇ ਮੇਰਾ ਵੀ ਇੰਨੇ 'ਚ ਹੀ ਵਿਕਣਾ। ਆਹ ਤੇ ਮਜ਼ਾ ਆਇਆ ਨਾ ਕੰਮ ਕਰਨ ਦਾ। ਆਹ ਤਾਂ ਨਾ ਹੋਇਆ ਕਿ ਤੁਸੀਂ ਇੱਕ ਜ਼ਹਿਨੀ ਤੌਰ ਤੇ ਤਿਆਰ ਆ, ਮੇਰੇ ਕੋਲ ਬਰੀਡ ਆ, ਮਾਰ ਪਤਾ ਨਹੀਂ ਮੇਰੇ ਕੋਲ ਕੀ ਸ਼ੈ ਆ। ਲੋਕ ਆਉਂਦੇ ਆ ਤੁਹਾਡੇ ਕੋਲ ਰੇਟ ਪੁੱਛਦੇ ਆ, ਮੁੜ ਕੇ ਤੁਹਾਡੇ ਨਾਲ ਦੂਜੀ ਗੱਲ ਵੀ ਨਹੀਂ ਕਰਦੇ। ਇਹਨਾਂ ਮੰਡੀਆਂ 'ਚ ਮੈਂ ਦੇਖਦਾ ਆ ਸਾਰਾ ਕੁਝ ਹੁੰਦਾ, ਤੇ ਉਹ ਫਿਰ ਬੜੇ ਮਾਯੂਸ ਵੀ ਹੁੰਦੇ ਆ। ਫਿਰ ਵਾਪਸ ਲੈ ਗਏ ਮਾਲ, ਫਿਰ ਲੈ ਆਏ, ਫਿਰ ਵਾਪਸ। ਸਾਡਾ ਮੇਨ ਕੰਮ ਵੱਛਿਆਂ ਦਾ ਨਾ, ਤੇ ਮੈਂ ਮੰਡੀਆਂ ਦੇ ਵਿੱਚ ਦੇਖਦਾ ਵਾਂ ਕਈ ਦਫਾ 2-2 ਮਹੀਨੇ ਜਾਨਵਰਾਂ ਨੂੰ ਗੇੜੇ ਦਿੰਦੇ ਆ ਮੰਡੀਆਂ ਦੇ ਵਿੱਚ, ਨਹੀਂ ਵਿਕਦੇ। ਉਹਨਾਂ ਨੇ ਲਿਆ ਹੀ ਇਸ ਹਿਸਾਬ ਨਾਲ ਹੁੰਦਾ ਜੀ, ਬਰੀਡ ਆ, ਮੈਂ ਫਿਰ ਇਹਦੇ 'ਤੇ ਇੰਨਾ ਖਰਚਾ ਕਰ ਲਿਆ, ਹੁਣ ਵਿਕਦਾ ਹੀ ਨਹੀਂ ਪਿਆ। ਕਿੱਦਾਂ ਵਿਕੇ? ਉਹਦੇ ਬਰਾਬਰ ਖੜੀ ਚੀਜ਼ ਤੁਹਾਨੂੰ ਉਹਦੇ ਨਾਲੋਂ 30,000 ਰੁਪਏ ਸਸਤੀ ਮਿਲਦੀ ਪਈ, ਤੁਸੀਂ ਮਾਰਕੀਟ ਦਾ ਮੁਕਾਬਲਾ ਹੀ ਨਹੀਂ ਕਰ ਰਹੇ। ਇਸ ਤਰੀਕੇ ਨਾਲ ਤੁਹਾਨੂੰ ਜ਼ਰਾ ਨਾ ਮਾਰਕੀਟ ਨੂੰ ਜ਼ਿਹਨ 'ਚ ਰੱਖ ਕੇ ਤੁਸੀਂ ਕੰਮ ਕਰਨਾ। ਤੁਹਾਨੂੰ ਪਤਾ ਹੋਵੇ ਕਿ ਇੱਕ ਚੀਜ਼ ਜਿਹੜੀ ਰੱਸੀ ਮੇਰੇ ਹੱਥ 'ਚ ਬੱਕਰੇ ਦੀ ਜਿਹੜਾ ਮੈਂ ਵੇਚਣ ਜਾ ਰਿਹਾ, ਉਹ ਤੇ ਮੇਰੀ ਵਿਕਦੀ ਪਈ ਆ ਅੱਗੇ 50,000 ਦੀ, ਲੇਕਿਨ ਮੈਂ ਜਿਹੜੀ 50,000 ਦੀ ਵੇਚ ਰਿਹਾ ਉਹ ਮੈਨੂੰ ਮੰਡੀ 'ਚੋਂ 50,000 ਦੀ ਮਿਲਦੀ ਵੀ ਪਈ ਆ। ਕੋਈ 1,000 2,000 4,000 ਉੱਤੇ ਥੱਲੇ ਹੈ ਨਾ, ਉਹਦਾ ਕੋਈ ਮਸਲਾ ਨਹੀਂ, ਟੈਨਸ਼ਨ ਨਹੀਂ। ਉਹ ਤੁਹਾਡਾ ਕੋਈ ਜਾਨਵਰ ਮਹਿੰਗਾ ਵਿਕ ਰਿਹਾ, ਕੋਈ ਥੋੜਾ ਸਸਤਾ ਵਿਕ ਰਿਹਾ, ਐਵਰੇਜ ਨਿਕਲਦੀ ਪਈ ਹੈ, ਤੁਹਾਨੂੰ ਕੋਈ ਤਕਲੀਫ ਨਹੀਂ ਹੋਗੀ। ਤੁਸੀਂ ਆਪਣੇ ਕਾਰੋਬਾਰ ਤੋਂ ਜ਼ਿਆਦਾ ਸੈਟੀਸਫਾਈਡ ਹੋ ਜਾਓਗੇ, ਜ਼ਿਆਦਾ ਮੁਤਮਈਨ ਹੋਵੋਗੇ, ਜ਼ਿਆਦਾ ਹੀ ਉਹਦੇ ਵਿੱਚ ਤੁਸੀਂ ਕੰਮ ਕਰੋਗੇ। ਅੱਜ ਦਾ ਟੌਪਿਕ ਮੇਰਾ ਇੰਨਾ ਹੀ ਆ। ਬਾਕੀ ਇਨਸ਼ਾਅੱਲਾ ਮੈਂ ਤੁਹਾਡੇ ਕਮੈਂਟਸ ਚੈੱਕ ਕਰਾਂਗਾ। ਬਾਕੀ ਕਈਆਂ ਦੋਸਤਾਂ ਦੇ ਕਮੈਂਟਸ ਦਾ ਜਵਾਬ ਨਹੀਂ ਦੇ ਹੁੰਦਾ, ਜ਼ਿਆਦਾ ਹੁੰਦੇ ਆ। ਇੱਕ ਮੈਨੂੰ ਲਿਖਣਾ ਪੈਂਦਾ ਨਾ ਬਹੁਤ ਜ਼ਿਆਦਾ, ਹਰ ਬੰਦੇ ਦਾ ਜਵਾਬ ਉੱਥੇ ਲਿਖ ਕੇ ਕਰਨਾ ਪੈਂਦਾ, ਥੋੜ੍ਹਾ ਮੁਸ਼ਕਿਲ ਵੀ ਹੋ ਜਾਂਦੀ। ਔਰ ਮੇਰੀ ਕੋਈ ਸੋਸ਼ਲ ਮੀਡੀਆ ਦੀ ਬਕਾਇਦਾ ਪ੍ਰੋਪਰ ਕੋਈ ਟੀਮ ਨਹੀਂ ਗਈ, ਬੰਦੇ ਨਹੀਂ ਮੈਂ ਰੱਖੇ ਹੋਏ, ਮੈਂ ਖੁਦ ਹੀ ਮੈਨੇਜ ਨੂੰ ਕਰਨਾ ਹੁੰਦਾ, ਬਾਕੀ ਕੰਮਾਂ ਨੂੰ ਵੀ ਟਾਈਮ ਦੇਣਾ ਹੁੰਦਾ। ਤੇ ਕੋਸ਼ਿਸ਼ ਇਹ ਮੈਂ ਨਜ਼ਰ ਮਾਰ ਲੈਣੀ ਹੁੰਦੀ ਉਹਨਾਂ ਨੂੰ ਮੋਟੀ ਨਾ, ਕਿ ਦੋਸਤਾਂ ਦੀ ਕੀ ਰਾਏ ਆ ਰਹੀ ਹੈ। ਤੁਹਾਡੀ ਰਾਏ ਦਾ ਪੂਰਾ ਇਹਤਰਾਮ ਕੀਤਾ ਜਾਂਦਾ। ਵੀਡੀਓ ਮੈਂ ਤੁਹਾਡੇ ਕਮੈਂਟ ਸੈਕਸ਼ਨ ਦੇ ਵਿੱਚੋਂ ਜਾ ਕੇ ਲੈ ਕੇ ਹੀ ਬਣਾਈ ਹੈ ਟੌਪਿਕ। ਤੇ ਬਾਕੀ ਇਨਸ਼ਾਅੱਲਾ ਤੁਸੀਂ ਮਜ਼ੀਦ ਕਰੋ। ਹਾਂ, ਇਹ ਕਈਆਂ ਦੋਸਤਾਂ ਨੇ ਕੀਤਾ ਕਿ ਸਾਨੂੰ ਵੈਕਸੀਨੇਸ਼ਨ ਸ਼ਡਿਊਲ ਦਿਓ, ਉਹਦੇ ਵਾਸਤੇ ਨਾ ਮੈਂ ਪਹਿਲੇ ਲਿਖਾਂਗਾ ਤੇ ਉਹਦੇ 'ਤੇ ਵੀਡੀਓ ਬਣਾਵਾਂਗਾ।
ਉਹ ਤੁਹਾਨੂੰ ਵੀਡੀਓ ਵੀ ਮਿਲੇਗੀ ਮੇਰੀ, ਉਹਦੇ ਡਿਸਕ੍ਰਿਪਸ਼ਨ 'ਚ ਲਿਖਿਆ ਵੀ ਮਿਲੇਗਾ। ਬਾਕੀ ਮੈਂ ਆਪਣੀ WhatsApp ਦੀ ਕੈਟਲੌਗ ਦੇ ਉੱਪਰ ਉਹਨੂੰ ਲਾਵਾਂਗਾ, ਤੁਸੀਂ ਉੱਥੋਂ ਜਾ ਕੇ ਦੇਖੋਗੇ। ਫਿਲਹਾਲ ਹਾਲੇ ਮੈਂ ਡਾਟਾ ਤਿਆਰ ਨਹੀਂ ਕੀਤਾ, ਇਨਸ਼ਾਅੱਲਾ ਮੈਂ ਡਾਟਾ ਤਿਆਰ ਕਰਕੇ ਔਰ ਅੱਛਾ ਔਰ ਨਸਲੀ ਚਾਰਟ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ। ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਦੁਆਵਾਂ ਯਾਦ ਰੱਖਣਾ ਤੇ ਆਪਣੇ ਚੈਨਲ ਦਾ ਵੀ ਖਿਆਲ ਰੱਖਣਾ। ਅੱਲਾਹ ਹਾਫਿਜ਼।